DRG Kids। ਇਹ ਕਹਾਣੀ ਹੈ ਭਗਵਾਨ ਬਾਲ ਗਣੇਸ਼ ਅਤੇ ਕੁਬੇਰ ਦੀ। ਕੁਬੇਰ ਧਨ ਦੇ ਦੇਵਤਾ, ਜਿਨ੍ਹਾਂ ਨੂੰ ਧਨ ਤੇ ਜਾਇਦਾਦ ਦੀ ਕੋਈ ਕਮੀ ਨਹੀਂ ਸੀ। ਪਰ ਇੱਕ ਦਿਨ ਉਹਨਾਂ ਨੂੰ ਆਪਣੇ ਧਨ ਤੇ ਜਾਇਦਾਦ ਦਾ ਘਮੰਡ ਹੋ ਗਿਆ। ਉਹ ਆਪਣੀ ਸ਼ਾਨੋ ਸ਼ੌਕਤ ਦਾ ਦਿਖਾਵਾ ਕਰਨ ਦੇ ਲਈ ਭਗਵਾਨ ਸ਼ੰਕਰ ਦੇ ਕੋਲ ਆਉਂਦੇ ਹਨ ਅਤੇ ਕਹਿੰਦੇ ਹਨ, ਭਗਵਾਨ ਭੋਲੇਨਾਥ, ਅੱਜ ਮੈਂ ਤੁਹਾਡੇ ਕੋਲ ਇੱਕ ਬੇਨਤੀ ਲੈ ਕੇ ਆਇਆ ਹਾਂ। ਪ੍ਰਭੂ, ਤੁਸੀਂ ਮੇਰੇ ਆਲੀਸ਼ਾਨ ਮਹਿਲ ਵਿੱਚ ਆਓ ਤੇ ਭੋਜਨ ਗ੍ਰਹਿਣ ਕਰੋ। ਮੈਂ ਤੁਹਾਨੂੰ ਭੋਜਨ ਦਾ ਸੱਦਾ ਦੇਣ ਆਇਆ ਹਾਂ। ਪ੍ਰਭੂ, ਤੁਸੀਂ ਤੇ ਮਾਤਾ ਪਾਰਵਤੀ ਦੋਵੇਂ ਹੀ ਮੇਰੇ ਮਹਿਲ ਵਿੱਚ ਆਓ ਤੇ ਭੋਜਨ ਗ੍ਰਹਿਣ ਕਰੋ। ਇਹੀ ਮੇਰੀ ਬੇਨਤੀ ਹੈ। ਬਸ ਮੇਰੀ ਇੰਨੀ ਜਿਹੀ ਇੱਛਾ ਪੂਰੀ ਕਰ ਦਿਓ ਪ੍ਰਭੂ। ਭਗਵਾਨ ਸ਼ੰਕਰ ਕੁਬੇਰ ਦੇ ਮਨ ਦੀ ਗੱਲ ਸਮਝ ਜਾਂਦੇ ਹਨ। ਉਹ ਜਾਣਦੇ ਹਨ ਕਿ ਕੁਬੇਰ ਖਾਣੇ ਦਾ ਸੱਦਾ ਦੇ ਕੇ ਆਪਣੀ ਸ਼ਾਨੋ ਸ਼ੌਕਤ ਦਾ ਦਿਖਾਵਾ ਸਾਡੇ ਸਾਹਮਣੇ ਕਰਨਾ ਚਾਹੁੰਦਾ ਹੈ। ਇਸ ਲਈ ਭਗਵਾਨ ਸ਼ੰਕਰ ਕੁਬੇਰ ਨੂੰ ਕਹਿੰਦੇ ਹਨ, ਕੁਬੇਰ, ਸਾਨੂੰ ਤੇਰਾ ਇਹ ਸੱਦਾ ਤੇ ਮਨਜ਼ੂਰ ਹੈ, ਪਰ ਇਹ ਸਾਰੀ ਕਾਇਨਾਤ, ਇਹ ਸਾਰੀ ਧਰਤੀ ਜਿਹਦੇ ਉੱਤੇ ਮੈਂ ਕੈਲਾਸ਼ ਤੋਂ ਧਿਆਨ ਰੱਖਦਾ, ਇਹ ਸਾਰਾ ਸੰਸਾਰ, ਇਹ ਸਾਰਾ ਬ੍ਰਹਮੰਡ ਮੇਰਾ ਹੈ। ਇਸ ਲਈ ਕੈਲਾਸ਼ ਪਰਬਤ ਛੱਡ ਕੇ ਮੈਂ ਨਹੀਂ ਜਾ ਸਕਦਾ। ਮੈਂ ਤੁਹਾਡੇ ਸੱਦੇ ਨੂੰ ਸਵੀਕਾਰ ਕਰਨਾ, ਪਰ ਮੈਂ ਕੈਲਾਸ਼ ਪਰਬਤ ਛੱਡ ਕੇ ਨਹੀਂ ਆ ਸਕਦਾ। ਠੀਕ ਹੈ ਪ੍ਰਭੂ। ਮਾਤਾ ਪਾਰਵਤੀ, ਘੱਟੋ ਘੱਟ ਤੁਸੀਂ ਤੇ ਆ ਜਾਇਓ, ਮੇਰੇ ਖਾਣੇ ਦਾ ਸੱਦਾ ਸਵੀਕਾਰ ਕਰਿਓ। ਇਹੀਓ ਬੇਨਤੀ ਹੈ। ਅਸੀਂ ਤੁਹਾਡੇ ਤੇ ਤੁਹਾਡੇ ਸੱਦੇ ਦਾ ਮਾਣ ਕਰਦੇ ਹਾਂ, ਪਰ ਜਿੱਥੇ ਭਗਵਾਨ ਸ਼ੰਕਰ ਨਹੀਂ, ਉੱਥੇ ਮੈਂ ਵੀ ਨਹੀਂ ਜਾ ਸਕਦੀ। ਜੋ ਇਹਨਾਂ ਦਾ ਫਰਜ਼ ਹੈ, ਉਹੀ ਮੇਰਾ ਵੀ ਫਰਜ਼ ਹੈ। ਅਸੀਂ ਦੋਵੇਂ ਕੈਲਾਸ਼ ਪਰਬਤ ਛੱਡ ਕੇ ਕਿਤੇ ਨਹੀਂ ਜਾ ਸਕਦੇ। ਪਰ ਕੀ ਇਸ ਸਮੱਸਿਆ ਦਾ ਕੋਈ ਹੱਲ ਨਹੀਂ ਹੈ? ਮੈਂ ਤੁਹਾਨੂੰ ਭੋਜਨ ਦਾ ਸੱਦਾ ਦੇਣ ਆਇਆ ਪ੍ਰਭੂ। ਮੇਰੀ ਇੰਨੀ ਬੇਨਤੀ ਹੈ ਕਿ ਤੁਸੀਂ ਮੇਰੇ ਮਹਿਲ ਵਿੱਚ ਆ ਕੇ ਭੋਜਨ ਗ੍ਰਹਿਣ ਕਰੋ। ਕੁਛ ਤੇ ਕਰਿਓ ਪ੍ਰਭੂ। ਥੋੜੀ ਦੇਰ ਸੋਚਣ ਦੇ ਬਾਅਦ ਭਗਵਾਨ ਸ਼ੰਕਰ ਕਹਿੰਦੇ ਹਨ, ਕੁਬੇਰ, ਤੁਸੀਂ ਇੰਨੀ ਦੂਰ ਸਾਨੂੰ ਸੱਦਾ ਦੇਣ ਆਏ ਹੋ। ਅਸੀਂ ਵੀ ਤੁਹਾਨੂੰ ਨਾਰਾਜ਼ ਨਹੀਂ ਕਰਾਂਗੇ। ਅਸੀਂ ਤੁਹਾਡਾ ਪੂਰਾ ਮਾਨ ਰੱਖਾਂਗੇ। ਅਸੀਂ ਕੰਮ ਕਰਨੇ ਆ। ਪਾਰਵਤੀ ਤੇ ਮੈਂ ਤਾਂ ਨਹੀਂ ਆ ਸਕਦੇ, ਪਰ ਤੁਸੀਂ ਬਾਲ ਗਣੇਸ਼ ਅਤੇ ਮੂਰਛਕ ਰਾਜ ਨੂੰ ਆਪਣੇ ਘਰ ਲੈ ਜਾਓ। ਗਣੇਸ਼ ਤੁਹਾਡੇ ਘਰ ਖਾਣਾ ਖਾਏਗਾ। ਬਹੁਤ ਧੰਨਵਾਦ ਪ੍ਰਭੂ। ਤੁਸੀਂ ਮੇਰੇ ਮਹਿਲ ਵਿੱਚ ਆਉਣ ਦੇ ਲਈ ਬਾਲ ਗਣੇਸ਼, ਬਾਲ ਗਣੇਸ਼ ਨੂੰ ਭੇਜ ਰਹੇ ਹੋ। ਤੁਸੀਂ ਮੇਰਾ ਸੱਦਾ ਸਵੀਕਾਰ ਕਰਕੇ ਮੇਰੇ ਉੱਤੇ ਕਿਰਪਾ ਕਰ ਰਹੇ ਹੋ ਪ੍ਰਭੂ। ਮੈਂ ਤੁਹਾਡਾ ਧੰਨਵਾਦੀ ਰਵਾਂਗਾ। ਤਥਾਸਤੂ। ਕੁਬੇਰ ਆਪਣੇ ਰੱਥ ਵਿੱਚ ਗਣੇਸ਼ ਅਤੇ ਮੂਰਛਕ ਰਾਜ ਨੂੰ ਬਿਠਾ ਕੇ ਆਪਣੇ ਮਹਿਲ ਵਿੱਚ ਲੈ ਜਾਂਦਾ ਹੈ। ਮਹਿਲ ਵਿੱਚ ਪਹੁੰਚਦੇ ਹੀ ਮੂਰਛਕ ਰਾਜ ਕਹਿੰਦੇ ਹਨ, ਗਣੇਸ਼ ਜੀ, ਇਹ ਮਹਿਲ ਤੇ ਕਿੰਨਾ ਜ਼ਿਆਦਾ ਵੱਡਾ ਹੈ ਤੇ ਸੋਹਣਾ ਵੀ ਬਥੇਰਾ ਹੈ। ਵੇਖੋ ਵੇਖੋ, ਇੱਥੇ ਤੇ ਸੋਨੇ ਦੀਆਂ ਇੱਟਾਂ ਵੀ ਲੱਗੀਆਂ ਨੇ। ਕੁਬੇਰ ਜੀ ਬੜੇ ਵੱਡੇ ਆਦਮੀ ਨੇ, ਧੰਨਵਾਨ ਵੀ। ਦੇਵਤਾ ਜੋ ਹੈਗੇ ਨੇ ਦੌਲਤ ਦੇ। ਮੂਸ਼ਕ ਰਾਜ, ਮੇਰਾ ਇਹਨਾਂ ਚੀਜ਼ਾਂ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਅਸੀਂ ਤੇ ਇੱਥੇ ਢਿੱਡ ਭਰ ਕੇ ਖਾਣਾ ਖਾਣਾ ਆ। ਕੁਬੇਰ ਜੀ ਨੇ ਸਾਨੂੰ ਸੱਦਾ ਜੋ ਦਿੱਤਾ ਹੈ, ਚਲੋ ਖਾਣਾ ਖਾਣ ਜਾਂਦੇ ਆ। ਗਣੇਸ਼ ਜੀ, ਤੁਸੀਂ ਇੱਥੇ ਨਾ ਬੈਠੋ। ਮੈਂ ਤੁਹਾਡੇ ਲਈ ਸੋਨੇ ਦਾ ਸਿੰਘਾਸਨ ਬਣਵਾਇਆ ਹੈ। ਉਸੇ ਸੋਨੇ ਦੇ ਸਿੰਘਾਸਨ ਤੇ ਬਹਿ ਕੇ ਤੁਸੀਂ ਖਾਣਾ ਖਾਓਗੇ। ਬਹੁਤ ਵਧੀਆ ਕੁਬੇਰ ਮਹਾਰਾਜ, ਇਹ ਤੇ ਬੜੀ ਚੰਗੀ ਗੱਲ ਹੈ। ਜੋ ਤੁਹਾਡੀ ਇੱਛਾ, ਸਾਨੂੰ ਤੇ ਬਸ ਖਾਣਾ ਚਾਹੀਦਾ ਹੈ। ਥੋੜੀ ਹੀ ਦੇਰ ਵਿੱਚ ਕੁਬੇਰ ਦੇ ਸੇਵਕ ਢੇਰ ਸਾਰਾ ਖਾਣਾ ਲੈ ਕੇ ਆਉਂਦੇ ਹਨ। ਲਿਓ ਲਿਓ ਗਣੇਸ਼ ਜੀ, ਮਿੱਠੇ ਮਿੱਠੇ ਲੱਡੂ ਖਾਓ। ਸਾਨੂੰ ਪਤਾ ਹੈ ਤੁਹਾਨੂੰ ਲੱਡੂ ਬੜੇ ਪਸੰਦ ਨੇ। ਗਣੇਸ਼ ਜੀ ਇੱਕ ਹੀ ਝਟਕੇ ਵਿੱਚ ਸਾਰੇ ਲੱਡੂ ਖਾ ਜਾਂਦੇ ਹਨ। ਇਸੇ ਤਰ੍ਹਾਂ ਉਹ ਦਾਲ ਚਾਵਲ, ਸਾਰੀਆਂ ਸਬਜ਼ੀਆਂ, ਪੂਰਾ ਖਾਣੇ ਦਾ ਭੰਡਾਰ ਖਾਲੀ ਕਰ ਦਿੰਦੇ ਹਨ। ਪਰ ਫੇਰ ਵੀ ਗਣੇਸ਼ ਜੀ ਦੀ ਭੁੱਖ ਨਹੀਂ ਮਿਟਦੀ ਹੈ। ਹੋਰ ਕੀ ਚਾਹੀਦਾ ਗਣੇਸ਼ ਜੀ? ਕੀ ਖਾਣਾ ਚਾਹੁੰਦੇ ਹੋ ਤੁਸੀਂ? ਸਾਡੇ ਇੱਥੇ ਖਾਣੇ ਦੀ ਕੋਈ ਵੀ ਕਮੀ ਨਹੀਂ ਹੈ। ਕੁਬੇਰ ਜਿਵੇਂ ਹੀ ਇਹ ਗੱਲ ਕਹਿੰਦੇ ਹਨ, ਬਾਲ ਗਣੇਸ਼ ਉਹਨਾਂ ਦੇ ਮਨ ਦੀ ਗੱਲ ਜਾਣ ਲੈਂਦੇ ਹਨ। ਉਹ ਮਨ ਹੀ ਮਨ ਕਹਿੰਦੇ ਹਨ, ਅੱਛਾ, ਤੇ ਇਹ ਗੱਲ ਹੈ, ਇਹਨਾਂ ਕਮਾਂਡ ਆਪਣੀ ਦੌਲਤ ਉੱਤੇ। ਹੁਣ ਇਹਨਾਂ ਨੂੰ ਸਬਕ ਸਿਖਾਉਣਾ ਪਵੇਗਾ। ਕੁਬੇਰ ਜੀ, ਅਜੇ ਤੱਕ ਤਾਂ ਮੇਰੇ ਢਿੱਡ ਦਾ ਇੱਕ ਹਿੱਸਾ ਵੀ ਨਹੀਂ ਭਰਿਆ ਹੈ। ਮੈਨੂੰ ਹੋਰ ਭੁੱਖ ਲੱਗੀ ਹੈ। ਹੋਰ ਕੁਝ ਖਾਣ ਨੂੰ ਲਿਆਈਏ। ਹਾਂ ਬਿਲਕੁਲ ਗਣੇਸ਼ ਜੀ, ਤੁਹਾਡੇ ਲਈ ਹੋਰ ਖਾਣਾ ਮੰਗਵਾਉਂਦਾ ਹਾਂ। ਤੁਸੀਂ ਕੁਬੇਰ ਦੇ ਮਹਿਲ ਵਿੱਚ ਹੋ, ਕੁਬੇਰ ਦੇ। ਇੱਥੇ ਕਿਸੇ ਚੀਜ਼ ਦੀ ਕੋਈ ਵੀ ਕਮੀ ਨਹੀਂ ਹੈਗੀ ਹੈ। ਸੇਵਕ,
ਕੌਣ ਹੈ ਉੱਥੇ? ਗਣੇਸ਼ ਜੀ ਦੇ ਲਈ ਹੋਰ ਭੋਜਨ ਦਾ ਬੰਦੋਬਸਤ ਕੀਤਾ ਜਾਵੇ। ਮਹਿਲ ਦਾ ਪੂਰਾ ਭੰਡਾਰ ਖਾਲੀ ਹੋ ਜਾਂਦਾ ਹੈ। ਸਾਰਾ ਅਨਾਜ ਖਤਮ ਹੋ ਜਾਂਦਾ ਹੈ। ਸਾਰੇ ਸੇਵਕ ਪਸੀਨੇ ਨਾਲ ਭਿੱਜ ਜਾਂਦੇ ਹਨ। ਖਾਣਾ ਬਣਾ ਕੇ ਉਹ ਪਰੇਸ਼ਾਨ ਹੋ ਜਾਂਦੇ ਹਨ। ਅਖੀਰ ਵਿੱਚ ਆ ਕੇ ਉਹ ਕੁਬੇਰ ਜੀ ਨੂੰ ਕਹਿੰਦੇ ਹਨ, ਮਹਾਰਾਜ ਕੁਬੇਰ ਦਾ ਪੂਰਾ ਅਨਾਜ ਖਤਮ ਹੋ ਚੁੱਕਿਆ ਹੈ। ਸਾਰਾ ਭੰਡਾਰ ਖਾਲੀ ਹੋ ਚੁੱਕਿਆ ਹੈ। ਹੁਣ ਕੀ ਕਰੀਏ? ਜਾਓ, ਜਾ ਕੇ ਪਿੰਡ ਵਿੱਚੋਂ ਸਾਰਾ ਅਨਾਜ ਚੁੱਕ ਕੇ ਲਿਆਓ। ਭਗਵਾਨ ਗਣੇਸ਼ ਜੀ ਸਾਡੇ ਘਰ ਵਿੱਚ ਖਾਣਾ ਖਾਣ ਦੇ ਲਈ ਆਏ ਨੇ। ਉਹਨਾਂ ਨੂੰ ਕਿਸੇ ਵੀ ਚੀਜ਼ ਦੀ ਕੋਈ ਕਮੀ ਨਾ ਹੋਵੇ। ਮੇਰੇ ਰਾਜ ਵਿੱਚ ਬਹੁਤ ਸਾਰਾ ਧਨ ਹੈ, ਬਹੁਤ ਸਾਰਾ ਅਨਾਜ ਹੈ। ਜਾਓ, ਲੈ ਕੇ ਆਓ ਤੇ ਗਣੇਸ਼ ਜੀ ਦੇ ਲਈ ਹੋਰ ਭੋਜਨ ਤਿਆਰ ਕਰਿਓ। ਕੁਬੇਰ ਜਿੰਨਾ ਲਿਆਉਂਦਾ ਸੀ, ਗਣੇਸ਼ ਜੀ ਸਾਰਾ ਦਾ ਸਾਰਾ ਖਾਣਾ ਖਤਮ ਕਰ ਦਿੰਦੇ ਸੀ। ਪਰ ਗਣੇਸ਼ ਜੀ ਦੀ ਭੁੱਖ ਸ਼ਾਂਤ ਹੀ ਨਹੀਂ ਸੀ ਹੁੰਦੀ ਪਈ। ਕੁਬੇਰ ਮਹਾਰਾਜ, ਛੇਤੀ ਹੋਰ ਲਿਆਓ, ਮੈਨੂੰ ਬੜੀ ਜ਼ੋਰਾਂ ਦੀ ਭੁੱਖ ਲੱਗੀ ਹੈ, ਨਹੀਂ ਤੇ ਮੈਂ ਮਹਿਲ ਦੀਆਂ ਸਾਰੀਆਂ ਚੀਜ਼ਾਂ ਖਾ ਜਾਵਾਂਗਾ। ਵੇਖਦੇ ਹੀ ਵੇਖਦੇ ਗਣੇਸ਼ ਜੀ ਉੱਥੋਂ ਦੇ ਸਾਰੇ ਸੋਨੇ ਦੇ ਸਿੰਘਾਸਨ, ਕੁਰਸੀਆਂ, ਮਹਿਲ ਦੀਆਂ ਛੋਟੀਆਂ-ਮੋਟੀਆਂ ਚੀਜ਼ਾਂ, ਪਰਦੇ, ਭਾਂਡੇ ਸਭ ਖਾ ਜਾਂਦੇ ਹਨ। ਫਿਰ ਵੀ ਉਹਨਾਂ ਦੀ ਭੁੱਖ ਨਹੀਂ ਮਿਟਦੀ। ਅਖੀਰ ਵਿੱਚ ਸਾਰਾ ਮਹਿਲ ਖਾਲੀ ਹੋ ਜਾਂਦਾ ਹੈ ਤੇ ਉਹ ਕੁਬੇਰ ਜੀ ਨੂੰ ਕਹਿੰਦੇ ਹਨ, ਮੇਰੀ ਭੁੱਖ ਸ਼ਾਂਤ ਹੀ ਨਹੀਂ ਹੁੰਦੀ ਪਈ ਹੈ। ਜੇ ਤੁਸੀਂ ਮੇਰੀ ਭੁੱਖ ਸ਼ਾਂਤ ਨਹੀਂ ਕਰ ਸਕਦੇ ਤਾਂ ਮੈਂ ਤੁਹਾਨੂੰ ਵੀ ਖਾ ਜਾਵਾਂਗਾ। ਛੇਤੀ ਤੋਂ ਛੇਤੀ ਕੁਝ ਖਾਣ ਨੂੰ ਮੰਗਾਓ, ਨਹੀਂ ਤੇ ਮੈਂ ਤੁਹਾਨੂੰ ਖਾ ਜਾਵਾਂਗਾ। ਨਹੀਂ ਪ੍ਰਭੂ, ਇਹ ਕੀ ਹੁੰਦਾ ਪਿਆ ਹੈ? ਗਣੇਸ਼ ਜੀ ਦੀ ਭੁੱਖ ਤੇ ਸ਼ਾਂਤੀ ਨਹੀਂ ਹੁੰਦੀ ਪਈ ਆ। ਲੱਗਦਾ ਮੇਰੇ ਕੋਲੋਂ ਕੋਈ ਗਲਤੀ ਹੋ ਗਈ ਹੈ। ਹਾਂਜੀ, ਜ਼ਰੂਰ ਇਹਦਾ ਹੱਲ ਤੇ ਭਗਵਾਨ ਸ਼ੰਕਰ ਕੋਲੋਂ ਹੀ ਹੋਵੇਗਾ। ਹਾਂ ਗਣੇਸ਼ ਜੀ, ਮੈਂ ਹੁਣੇ ਆਇਆ, ਤੁਹਾਡੇ ਲਈ ਕੁਝ ਖਾਣ ਦੇ ਲਈ ਲੈ ਕੇ ਆਉਂਦਾ। ਤੁਸੀਂ ਸ਼ਾਂਤ ਹੋ ਜਾਓ। ਕੁਬੇਰ ਆਪਣਾ ਰੱਥ ਲੈ ਕੇ ਸਿੱਧਾ ਕੈਲਾਸ਼ ਪਰਬਤ ਉੱਤੇ ਪਹੁੰਚਦੇ ਹਨ ਤੇ ਭਗਵਾਨ ਸ਼ੰਕਰ ਨੂੰ ਕਹਿੰਦੇ ਹਨ, ਹੇ ਭੋਲੇਨਾਥ, ਕੀ ਮੇਰੇ ਕੋਲੋਂ ਕੋਈ ਗਲਤੀ ਹੋ ਗਈ ਹੈ? ਮੈਨੂੰ ਹੀ ਖਾਣ ਦੀ ਧਮਕੀ ਦਿੰਦੇ ਪਏ ਨੇ ਗਣੇਸ਼ ਜੀ। ਉਹਨਾਂ ਨੇ ਮੇਰਾ ਪੂਰਾ ਭੰਡਾਰ ਖਾਲੀ ਕਰ ਦਿੱਤਾ। ਪੂਰੇ ਪਿੰਡ ਦਾ ਭੰਡਾਰ ਖਾਲੀ ਹੋ ਗਿਆ, ਪਰ ਗਣੇਸ਼ ਜੀ ਦੇ ਭੁੱਖ ਹੀ ਸ਼ਾਂਤੀ ਨਹੀਂ ਹੁੰਦੀ ਪਈ ਆ। ਤੁਸੀਂ ਮੈਨੂੰ ਬਚਾ ਸਕਦੇ ਹੋ ਪ੍ਰਭੂ, ਨਹੀਂ ਤੇ ਗਣੇਸ਼ ਜੀ ਮੈਨੂੰ ਖਾ ਜਾਣਗੇ। ਕੁਬੇਰ, ਤੁਸੀਂ ਤਾਂ ਧਨ ਦੇ ਦੇਵਤਾ ਹੋ। ਤੁਸੀਂ ਸਾਰਿਆਂ ਨੂੰ ਦੌਲਤ ਵੰਡਦੇ ਹੋ, ਪਰ ਮੈਂ ਤੁਹਾਡੀ ਮਨ ਦੀ ਗੱਲ ਸਮਝ ਗਿਆ ਸੀ। ਤੁਸੀਂ ਆਪਣੀ ਦੌਲਤ ਦਾ ਦਿਖਾਵਾ ਕਰਨ ਦੇ ਲਈ ਸਾਨੂੰ ਸੱਦਾ ਦੇਣ ਆਏ ਸੀ। ਅਸੀਂ ਬਾਲ ਗਣੇਸ਼ ਨੂੰ ਭੇਜ ਦਿੱਤਾ। ਬਸ ਉਸੇ ਦੀ ਸਜ਼ਾ ਤੁਹਾਨੂੰ ਮਿਲਦੀ ਪਈ ਹੈ। ਤੁਹਾਨੂੰ ਆਪਣੀ ਦੌਲਤ ਦਾ ਕਮੰਡ ਹੋ ਚੁੱਕਿਆ ਸੀ। ਕਮੰਡ ਵਿੱਚ ਚੂਰ ਹੋ ਗਏ ਸੀ। ਤੁਸੀਂ ਚਾਹੋ ਤੇ ਆਪਣੀ ਪੂਰੀ ਦੌਲਤ ਦਾਅ ਤੇ ਲਾ ਲਿਓ, ਪਰ ਗਣੇਸ਼ ਦੀ ਭੁੱਖ ਤੁਸੀਂ ਸ਼ਾਂਤ ਨਹੀਂ ਕਰ ਸਕਦੇ। ਇਹ ਤੇ ਹੋਣਾ ਹੀ ਸੀ। ਮਾਤਾ ਪਾਰਵਤੀ, ਤੁਸੀਂ ਕੁਝ ਕਰੋ। ਮੇਰੇ ਕੋਲੋਂ ਬਹੁਤ ਵੱਡੀ ਭੁੱਲ ਹੋ ਗਈ ਹੈ। ਇਹ ਵੱਡਾ ਅਨਰਥ ਹੋ ਗਿਆ ਹੈ। ਕਮੰਡ ਵਿੱਚ ਡੁੱਬ ਕੇ ਮੇਰਾ ਅਹੰਕਾਰ ਮੈਨੂੰ ਖਾ ਜਾਊਗਾ। ਇਹ ਮੈਨੂੰ ਪਤਾ ਹੀ ਨਹੀਂ ਸੀ। ਮੇਰੇ ਕੋਲੋਂ ਗਲਤੀ ਹੋ ਗਈ ਹੈ। ਹੁਣ ਕਦੀ ਮੈਂ ਇਸ ਤਰ੍ਹਾਂ ਦੀ ਗਲਤੀ ਨਹੀਂ ਕਰਾਂਗਾ। ਆਪਣੀ ਦੌਲਤ ਸਹੀ ਤਰ੍ਹਾਂ ਵਰਤਾਂਗਾ, ਸਾਰਿਆਂ ਦੀ ਮਦਦ ਕਰਨ ਦੇ ਲਈ। ਮੈਂ ਅੱਗੇ ਤੋਂ ਇੰਜ ਨਹੀਂ ਕਰਾਂਗਾ। ਮੈਂ ਵਾਕਈ ਆਪਣੀ ਦੌਲਤ ਦਾ ਦਿਖਾਵਾ ਕਰਨ ਦੇ ਲਈ ਤੁਹਾਨੂੰ ਸੱਦਾ ਦੇਣ ਦੇ ਲਈ ਆਇਆ ਸੀ। ਮੈਨੂੰ ਮਾਫ ਕਰ ਦਿਓ ਮਾਤਾ ਪਾਰਵਤੀ, ਮੈਨੂੰ ਬਚਾ ਲਵੋ, ਮੈਨੂੰ ਬਚਾ ਲਵੋ। ਮਾਤਾ ਪਾਰਵਤੀ ਕੁਬੇਰ ਜੀ ਨੂੰ ਇੱਕ ਕਟੋਰਾ ਭਾਤ ਬਣਾ ਕੇ ਦਿੰਦੀ ਹੈ ਤੇ ਕਹਿੰਦੀ ਹੈ, ਜਾ ਕੇ ਇਹ ਗਣੇਸ਼ ਜੀ ਨੂੰ ਦੇ ਦਿਓ। ਪਰ ਮਾਤਾ, ਕਿ ਇੱਕ ਕਟੋਰੀ ਖਾਣ ਨਾਲ ਗਣੇਸ਼ ਜੀ ਦੀ ਭੁੱਖ ਸ਼ਾਂਤ ਹੋ ਜਾਊਗੀ? ਮੈਂ ਜੋ ਕਹਿ ਰਹੀ ਹਾਂ ਉਦਾਂ ਹੀ ਕਰੋ। ਮਾਤਾ ਪਾਰਵਤੀ ਵੱਲੋਂ ਬਣਾਏ ਗਏ ਇੱਕ ਕਟੋਰੀ ਭਾਤ ਨੂੰ ਲੈ ਕੇ ਕੁਬੇਰ ਵਾਪਸ ਮਹਿਲ ਦੇ ਵਿੱਚ ਆਉਂਦਾ ਹੈ ਤੇ ਗਣੇਸ਼ ਜੀ ਦੇ ਹੱਥ ਵਿੱਚ ਉਹ ਇੱਕ ਕਟੋਰੀ ਭਾਤ ਦੇ ਦਿੰਦਾ ਹੈ। ਉਹਨੂੰ ਖਾਂਦੇ ਹੀ ਬਾਲ ਗਣੇਸ਼ ਕਹਿੰਦੇ ਹਨ, ਵਾਹ, ਇਹ ਤਾਂ ਬੜਾ ਹੀ ਸਵਾਦ ਹੈ। ਮੇਰਾ ਤਾਂ ਢਿੱਡ ਭਰ ਗਿਆ। ਹੁਣ ਮੈਨੂੰ ਹੋਰ ਕੁਝ ਨਹੀਂ ਚਾਹੀਦਾ। ਬੜੀ ਨੀਂਦਰ ਆਉਂਦੀ ਪਈ ਹੈ। ਇੰਨੀਆਂ ਸਾਰੀਆਂ ਚੀਜ਼ਾਂ ਖਾਧੀਆਂ, ਪਰ ਇਸ ਭਾਤ ਵਰਗਾ ਸਵਾਦ ਕਿਸੇ ਵਿੱਚ ਨਹੀਂ ਸੀ। ਇਹਦੇ ਨਾਲ ਤੇ ਮੇਰੀ ਆਤਮਾ ਤ੍ਰਿਪਤ ਹੋ ਗਈ ਹੈ। ਮੇਰੀ ਭੁੱਖ ਸ਼ਾਂਤ ਹੋ ਗਈ ਹੈ। ਕੁਬੇਰ ਜੀ, ਹੁਣ ਸਾਨੂੰ ਚੱਲਣਾ ਚਾਹੀਦਾ ਹੈ। ਕੁਬੇਰ ਸਮਝ ਜਾਂਦੇ ਹਨ ਕਿ ਮਮਤਾ ਨਾਲ ਬਣਾਇਆ ਗਿਆ ਪਾਰਵਤੀ ਜੀ ਦਾ ਭਾਤ ਗਣੇਸ਼ ਜੀ ਦੀ ਭੁੱਖ ਸ਼ਾਂਤ ਕਰ ਸਕਿਆ, ਜੋ ਮੇਰੀ ਪੂਰੀ ਦੌਲਤ ਵੀ ਨਹੀਂ ਕਰ ਸਕੀ। ਮੈਨੂੰ ਮਾਫ ਕਰ ਦਿਓ ਗਣੇਸ਼ ਜੀ। ਮੈਨੂੰ ਮੇਰੀ ਦੌਲਤ ਦਾ ਅਹੰਕਾਰ ਹੋ ਗਿਆ ਸੀ। ਸ਼ਾਇਦ ਇਸੇ ਲਈ ਭਗਵਾਨ ਸ਼ੰਕਰ ਨੇ ਮੇਰਾ ਸੱਦਾ ਸਵੀਕਾਰ ਕਰਕੇ ਤੁਹਾਨੂੰ ਮੇਰੇ ਮਹਿਲ ਭੇਜਿਆ ਤੇ ਤੁਸੀਂ ਮੇਰਾ ਅਹੰਕਾਰ ਚੂਰ-ਚੂਰ ਕਰ ਦਿੱਤਾ। ਮੈਨੂੰ ਆਪਣੀ ਜਾਇਦਾਦ ਦਾ ਘਮੰਡ ਹੋ ਗਿਆ ਸੀ। ਅੱਜ ਦੇ ਬਾਅਦ ਮੈਂ ਕਦੇ ਵੀ ਅਹੰਕਾਰ
ਜਾਂ ਘਮੰਡ ਨਹੀਂ ਕਰਾਂਗਾ। ਗਣੇਸ਼ ਜੀ ਉਹਨਾਂ ਨੂੰ ਧੰਨਵਾਦ ਕਹਿ ਕੇ ਆਪਣੇ ਘਰ ਕੈਲਾਸ਼ ਵਾਪਸ ਚਲੇ ਜਾਂਦੇ ਹਨ। ਹੇ ਮਾਤੇ, ਅੱਜ ਜੇ ਤੁਹਾਡੀ ਇੱਕ ਬਾਟੀ ਭਾਤ ਨਾ ਮਿਲਦਾ ਤਾਂ ਮੈਂ ਤੇ ਕੁਬੇਰ ਨੂੰ ਹੀ ਖਾ ਜਾਣਾ ਸੀ। ਹਾਂ ਹਾਂ ਗਣੇਸ਼, ਤੂੰ ਆਪਣੇ ਮਾਤਾ ਪਿਤਾ ਦੇ ਮਨ ਦੀ ਗੱਲ ਚੰਗੀ ਤਰ੍ਹਾਂ ਸਮਝ ਲਈ ਸੀ ਤੇ ਕੁਬੇਰ ਦੇ ਅਹੰਕਾਰ ਨੂੰ ਤੋੜ ਦਿੱਤਾ। ਹੁਣ ਕੁਬੇਰ ਕਦੀ ਵੀ ਦੁਬਾਰਾ ਅਹੰਕਾਰ ਨਹੀਂ ਕਰੂਗਾ। ਇਸ ਤਰ੍ਹਾਂ ਗਣੇਸ਼ ਜੀ ਕੁਬੇਰ ਦੇ ਹੰਕਾਰ ਨੂੰ ਤੋੜ ਦਿੰਦੇ ਹਨ। ਆਪਣੀ ਧਨ ਦੌਲਤ ਦਾ ਇਸਤੇਮਾਲ ਦੂਜਿਆਂ ਦੀ ਭਲਾਈ ਦੇ ਲਈ ਕਰਨਾ ਚਾਹੀਦਾ ਹੈ, ਨਾ ਕਿ ਆਪਣੀ ਅਮੀਰੀ ਨੂੰ ਦੂਜਿਆਂ ਨੂੰ ਵਿਖਾਉਣ ਦੇ ਲਈ।